Good morning, students. Students, today's we start new topic green revaluations. ठीक है, हरी क्रांति. Green मतलब हरी, रिवैल्यूएशन मतलब क्रांति, हरी क्रांति. ये सब ਨੂੰ पता है. एक किसी लिए मेरे हिसाब ਨਾਲ ਨਵਾਂ वर्ड नहीं है, किसी लिए नवा शब्द नहीं है. सब ਨੂੰ पता है कि हरी क्रांति आई सी. हरी क्रांति ਕਿੱਥੇ ਆਈ ਸੀਗੀ? ਐਗਰੀਕਲਚਰ ਦੇ ਵਿੱਚ. ਐਗਰੀਕਲਚਰ ਦੀ ਪ੍ਰੋਡਕਸ਼ਨ ਇੱਕਦਮ ਇੰਨੀ ਜ਼ਿਆਦਾ ਵੱਧ ਗਈ ਸੀ ਜਿਹਨੂੰ ਕਿ ਆਪਾਂ ਹਰੀ ਕ੍ਰਾਂਤੀ ਦਾ ਨਾਮ ਦਿੱਤਾ ਸੀ. ਠੀਕ ਹੈ, ਆਪਾਂ ਜੋ ਉਹਦੇ ਬਾਰੇ ਸਟੱਡੀ ਕਰਦੇ ਹਾਂ. ਬਿਫੋਰ ਅਡੋਪਟਿੰਗ ਦਾ ਨਿਊ ਸਟ੍ਰੈਟਜੀ, ਐਗਰੀਕਲਚਰ ਸਟ੍ਰੈਟਜੀ, ਕਹਿੰਦੇ ਜਦੋਂ ਆਪਾਂ ਨਵੀਂ ਐਗਰੀਕਲਚਰ ਸਟ੍ਰੈਟਜੀ ਹਜੇ ਅਡੋਪਟ ਨਹੀਂ ਕੀਤੀ ਸੀ, ਠੀਕ ਹੈ, ਦਿਸ ਸਟੇਟ ਆਫ ਇੰਡੀਅਨ ਐਗਰੀਕਲਚਰ, ਤਾਂ ਉਦੋਂ ਆਪਣੀ ਇੰਡੀਅਨ ਐਗਰੀਕਲਚਰ ਕਿਸ ਤਰ੍ਹਾਂ ਦੀ ਸੀ? ਦੇਅਰ ਵਾਜ਼ ਲੋ ਐਂਡ ਅਨਈਵਨ ਗਰੋਥ. ਅਨਈਵਨ ਮਤਲਬ ਜਿਵੇਂ ਆਪਾਂ ਈਵਨ ਵਰਡ ਕਹਿੰਦੇ ਨਾ, ਮਤਲਬ ਕਿ ਸਾਡੀ ਐਗਰੀਕਲਚਰ ਦੀ ਗਰੋਥ ਸੀ ਔਰ ਬਹੁਤ ਘੱਟ ਵੀ ਸੀ ਅਤੇ ਫਰਕ ਨਾਲ ਸੀਗੀ ਵੀ, ਕਿਤੇ ਤਾਂ ਬਹੁਤ ਜ਼ਿਆਦਾ ਵੱਧ ਸੀ, ਕਿਤੇ ਬਹੁਤ ਜ਼ਿਆਦਾ ਘੱਟ ਸੀ, ਜਾਂ ਕਿਸ ਟਾਈਮ ਪ੍ਰੋਡਕਸ਼ਨ ਹੋ ਗਈ, ਕਿਸੇ ਟਾਈਮ ਬਿਲਕੁਲ ਵੀ ਨਹੀਂ ਹੋਣੀ, ਮਤਲਬ ਕਿ ਬੈਲੈਂਸ ਨਹੀਂ ਸੀਗਾ. ਅਨਈਵਨ ਮਤਲਬ ਉਹਦੇ ਵਿੱਚ ਬੈਲੈਂਸ ਨਹੀਂ ਸੀ. ਦੇਅਰ ਵਾਜ਼ ਐਕਸਟ੍ਰੀਮ ਰੀਜਨਲ ਅਨਈਵਨੈਸ, ਤਾਂ ਖੇਤਰੀ ਵਾਈਜ਼ ਰੀਜਨਲ ਮਤਲਬ ਖੇਤਰੀ ਵਾਈਜ਼ ਮਤਲਬ ਕਿ ਕੋਈ ਏਰੀਆ ਤਾਂ ਬਹੁਤ ਪ੍ਰੋਡਕਸ਼ਨ ਅਕੋਰਡਿੰਗ ਐਗਰੀਕਲਚਰ ਪ੍ਰੋਡਕਸ਼ਨ ਅਕੋਰਡਿੰਗ ਵਧੀਆ ਸੀ, ਕੋਈ ਕੀ ਸੀਗਾ ਵਧੀਆ ਨਹੀਂ ਸੀ. ਤਾਂ ਅਨਈਵਨ ਕੀ ਹੈ? ਬੈਲੈਂਸਡ ਪਾਇਆ ਜਾਂਦਾ ਸੀਗਾ ਆਪਣੀ ਐਗਰੀਕਲਚਰ ਗਰੋਥ ਦੇ ਵਿੱਚ. ਠੀਕ ਹੈ. ਦੇਅਰ ਵਾਜ਼ ਸੀਰੀਅਸ ਡਰਾਟ ਮਤਲਬ ਸੌਖਾ ਪੈ ਜਾਣਾ, ਹੈ ਨਾ. ਤਾਂ ਕੀ ਸੀ, ਜਦੋਂ ਅਸੀਂ ਅਜੇ ਨਿਊ ਐਗਰੀਕਲਚਰ ਪੋਲਿਸੀ ਅਡੋਪਟ ਨਹੀਂ ਕੀਤੀ ਸੀ ਤਾਂ ਕਿਤੇ ਕੀ ਸੀ, ਸੌਖਾ ਵਗੈਰਾ ਪੈ ਰਿਹਾ. ਕਹਿੰਦੇ ਨਾ ਵੀ ਬਿਲਕੁਲ ਧਰਤੀ ਸੁੱਕੀ ਪਈ ਸੀਗੀ, ਪਾਣੀ ਨਹੀਂ ਮਿਲ ਰਿਹਾ ਸੀ ਕਿਉਂਕਿ ਇਰੀਗੇਸ਼ਨ ਫੈਸਿਲਿਟੀਜ਼ ਪ੍ਰੋਵਾਈਡ ਨਹੀਂ ਹੈਗੀਆਂ ਸੀ. ਕਿਸਾਨਾਂ ਨੂੰ ਕੀ ਸੀ, ਕ੍ਰੈਡਿਟ ਫੈਸਿਲਿਟੀਜ਼ ਨਹੀਂ ਮਿਲ ਰਹੀ ਸੀ. ਕਿਸਾਨਾਂ ਦੇ ਕੋਲ ਅਨਾਜ ਉਗਾਉਣ ਦੇ ਲਈ ਪੈਸਾ ਹੀ ਨਹੀਂ ਸੀ, ਨਾ ਉਹਨਾਂ ਕੋਲ ਵਧੀਆ ਬੀਜ ਸੀ, ਨਾ ਉਹਨਾਂ ਕੋਲ ਵਧੀਆ ਮਸ਼ੀਨਰੀ ਸੀ, ਨਾ ਹੀ ਉਹਨਾਂ ਕੋਲ ਸਿੰਚਾਈ ਦੇ ਸਾਧਨ ਪ੍ਰੋਪਰ ਉਹਨਾਂ ਨੂੰ ਪ੍ਰੋਵਾਈਡ ਸੀਗੇ, ਜਿਹਦੇ ਕਰਕੇ ਉਹਨਾਂ ਦੀ ਜ਼ਮੀਨ ਬੰਜਰ, ਜਿਹਨੂੰ ਆਪਾਂ ਬੰਜਰ ਟਾਈਪ ਕਹਿ ਦਿੰਦੇ ਹਾਂ, ਬੰਜਰ ਸੀ, ਕਿਉਂਕਿ ਉਹ ਜ਼ਮੀਨ 'ਤੇ ਖੇਤੀਬਾੜੀ ਕਰਨ ਦੇ ਲਈ ਨਾ ਤਾਂ ਉਹਨਾਂ ਕੋਲ ਪੈਸਾ ਸੀ, ਨਾ ਪਾਣੀ ਸੀ, ਨਾ ਵਧੀਆ ਮਸ਼ੀਨਾਂ ਸੀ, ਨਾ ਵਧੀਆ ਬੀਜ ਸੀ. ਠੀਕ ਹੈ. ਦੇਅਰ ਵਾਜ਼ ਏ ਵਾਰ ਵਿਦ ਪਾਕਿਸਤਾਨ, ਤਾਂ ਉਦੋਂ ਕੀ ਸੀ, ਪਾਕਿਸਤਾਨ ਦੇ ਨਾਲ ਯੁੱਧ ਵੀ, ਜੋ ਕਿ ਐਗਰੀਕਲਚਰ ਗਰੋਥ ਨੂੰ ਪਿੱਛੇ ਲੈ ਗਿਆ ਸੀ. USA ਡਿਨਾਈਨ PL 480 ਇੰਪੋਰਟ ਟੂ ਇੰਡੀਆ, ਮਤਲਬ ਡਿਨਾਈਡ ਮਤਲਬ USA ਨੇ ਭਾਰਤ ਨਾਲ ਇੰਪੋਰਟ ਕਰਨਾ ਕੀ ਸੀਗਾ, ਬੰਦ ਕਰਤਾ ਸੀ, ਇਨਕਾਰ ਕਰਤਾ ਸੀਗਾ. ਅੱਗੇ ਇੰਡੀਆ ਡਿਸਾਈਡ ਟੂ ਗੈਟ ਰਿਡ ਮਤਲਬ ਆਪਾਂ ਕਿਸੇ ਤੋਂ ਛੁਟਕਾਰਾ ਪਾਉਣਾ, ਆਫ ਦਿਸ ਇੰਡੀਪੈਂਡੈਂਸ ਔਨ ਫੋਰਨ ਏਡ ਮਤਲਬ ਸਹਾਇਤਾ, ਜਿਹੜੇ ਇੰਡੀਅਨ ਕੀ ਸੀਗੀ ਫੋਰਨਰ ਤੋਂ ਸਹਾਇਤਾ ਲੈਣ ਦੇ ਲਈ ਉਹਦੇ 'ਤੇ ਡਿਪੈਂਡ ਕਰਦੇ ਸੀ, ਕਿਉਂਕਿ ਕਿਸਾਨਾਂ ਭਾਰਤ ਕੀ ਸੀ, ਗੌਰਮੈਂਟ ਵੱਲੋਂ ਪ੍ਰੋਪਰ ਫੈਸਿਲਿਟੀਜ਼ ਪ੍ਰੋਵਾਈਡ ਨਾ ਹੋਣ ਕਰਕੇ ਭਾਰਤੀ ਕਿਸਾਨ ਕੀ ਸੀਗੇ, ਫੋਰਨਰ 'ਤੇ ਡਿਪੈਂਡ ਸੀ ਕਾਫੀ ਜ਼ਿਆਦਾ. ਤਾਂ ਉਹਨਾਂ ਤੋਂ ਛੁਟਕਾਰਾ ਪਾਉਣ ਦਾ ਸੋਚਿਆ ਗਿਆ. ਵਾਜ਼ ਦੀ ਬੇਸਿਸ ਆਫ ਆਵਰ ਗ੍ਰੀਨ ਰਿਵੈਲੂਏਸ਼ਨ ਦੇ ਬੇਸ 'ਤੇ ਹੁਣ ਭਾਰਤ ਨੇ ਇਹ ਡਿਸਾਈਡ ਕੀਤਾ ਕਿ ਉਹ ਫੋਰਨ ਏਡ ਤੋਂ ਜਿਹੜੀ ਉਹਨੂੰ ਡਿਪੈਂਡ ਕਰਦੇ ਨੇ ਉਹਦੇ ਤੋਂ ਆਪਣੇ ਆਪ ਨੂੰ ਕੀ ਹੈ, ਰਿਡ ਕਰ ਲੈਣਗੇ, ਛੁਟਕਾਰਾ ਪਵਾ ਲੈਣਗੇ. ਇਨੀਸ਼ੀਅਲੀ ਦੀ ਨਿਊ ਟੈਕਨੋਲੋਜੀ ਵਾਜ਼ ਟਰਾਈਡ ਇਨ 7 ਡਿਸਟ੍ਰਿਕਟ, ਇਹਦੇ ਲਈ ਸ਼ੁਰੂਆਤ ਕੀਤੀ ਗਈ ਸੀਗੀ ਕਿ 7 ਜ਼ਿਲ੍ਹਿਆਂ ਦੇ ਵਿੱਚ ਨਵੀਂ ਟੈਕਨੋਲੋਜੀ ਕੀ ਸੀਗੀ, ਇੰਟਰੋਡਿਊਸ ਕੀਤੀ ਗਈ. ਵਾਜ਼ ਕਾਲਡ ਇੰਟੈਂਸਿਵ ਐਗਰੀਕਲਚਰ ਡਿਸਟ੍ਰਿਕਟ ਪ੍ਰੋਗਰਾਮ, ਜਿਹਨੂੰ ਜਿਹੜੀ ਕਿਹੜੇ ਨਾਮ 'ਤੇ ਜਾਣੀ ਜਾਂਦੀ ਹੈ, IADP. ਇਹ ਕੀ ਸੀਗੀ ਕਿ 7 ਜ਼ਿਲ੍ਹਿਆਂ ਦੇ ਵਿੱਚ ਨਵੀਂ ਐਗਰੀਕਲਚਰ ਪੋਲਿਸੀ ਕੀ ਸੀ, ਅਡੋਪਟ ਕੀਤੀ ਗਈ ਸੀਗੀ, ਜਿਹਦੀ ਫੁੱਲ ਫੋਰਮ ਹੈ ਇੰਟੈਂਸਿਵ ਐਗਰੀਕਲਚਰ ਡਿਸਟ੍ਰਿਕਟ ਪ੍ਰੋਗਰਾਮ. ਲੈਟਰ ਦਾ ਉਸ ਤੋਂ ਬਾਅਦ ਫਿਰ HYVP ਮਤਲਬ ਹਾਈ ਯਾਈਲਡ ਵਰਾਇਟੀ ਪ੍ਰੋਗਰਾਮਸ, ਜਿਹਦੇ ਵਿੱਚ ਕੀ ਸੀਗੇ, ਵਾਜ਼ ਉਹ ਵੀ ਕੀ ਆਪਣੇ ਇੰਡੀਆ ਦੇ ਵਿੱਚ ਆਪਣੀ ਕੰਟਰੀ ਦੇ ਵਿੱਚ ਐਡ ਕੀਤੇ ਗਏ ਸੀਗੇ ਕਿ ਵਧੀਆ ਤੋਂ ਵਧੀਆ ਪ੍ਰੋਗਰਾਮਸ, ਵਧੀਆ ਮਸ਼ੀਨਸ, ਵਧੀਆ ਟੂਲਸ, ਵਧੀਆ ਕਿਸਮ ਦੇ ਬੀਜ, ਮਸ਼ੀਨਰੀ ਵਗੈਰਾ ਯੂਜ਼ ਕਰਨੀ ਤਾਂ ਜੋ ਐਗਰੀਕਲਚਰ ਪ੍ਰੋਡਕਸ਼ਨ ਨੂੰ ਕੀ ਹੈ, ਇੰਕਰੀਜ਼ ਕੀਤਾ ਜਾ ਸਕੇ. ਠੀਕ ਹੈ. ਅੱਗੇ ਮੇਨ ਫੀਚਰ ਆਫ ਗ੍ਰੀਨ ਰਿਵੈਲੂਏਸ਼ਨ ਦੇ ਮੇਨ ਫੀਚਰਸ ਕੀ ਸੀਗੇ? ਯੂਜ਼ ਆਫ ਪੈਕੇਜ ਇਨਪੁਟ, ਸਾਇੰਟੀਫਿਕ ਰੋਟੇਸ਼ਨ ਆਫ ਕ੍ਰੌਪ, credit and package input provided by government agency, announce minimum spot price, minor irrigation work. ਹੁਣ ਇਹਦੇ ਪਹਿਲੇ ਫੀਚਰਸ ਆਪਾਂ ਧਿਆਨ ਨਾਲ ਪੜ੍ਹਦੇ ਹਾਂ. ਦੇਖੋ ਸੌਖਾ ਹੀ ਹੈ, ਮੈਨੂੰ ਲੱਗਦਾ ਸਮਝਾਉਣ ਵਾਲਾ ਕੁਛ ਨਹੀਂ ਹੈਗਾ, ਉਂਝ ਮੈਂ ਤੁਹਾਨੂੰ ਦੱਸ ਦਿੰਦੀ ਇੱਕ ਵਾਰੀ. ਯੂਜ਼ ਆਫ ਪੈਕੇਜ ਇਨਪੁਟ ਮਤਲਬ ਕਿ ਵਧੀਆ ਇਨਪੁਟ ਪੈਕੇਜ ਯੂਜ਼ ਕੀਤੇ ਗਏ ਸੀਗੇ, ਕਿਸਾਨਾਂ ਨੂੰ ਪ੍ਰੋਵਾਈਡ ਕੀਤੇ ਗਏ ਸੀ. ਇਨਪੁਟ ਮਤਲਬ ਕਿ ਐਗਰੀਕਲਚਰ ਪ੍ਰੋਡਕਸ਼ਨ ਕਰਨ ਦੇ ਲਈ ਸਾਨੂੰ ਕੀ ਸੋਰਸਿਸ ਚਾਹੀਦੇ ਨੇ, ਕੀ ਚਾਹੀਦੇ ਨੇ ਉਹਨਾਂ ਨੂੰ ਸੀਡਸ ਚਾਹੀਦੇ ਨੇ, ਪੈਸਟੀਸਾਈਡਸ ਚਾਹੀਦੇ ਨੇ, ਫਰਟੀਲਾਈਜ਼ਰਸ ਚਾਹੀਦੇ ਨੇ, ਠੀਕ ਹੈ, ਇੰਪਰੂਵਡ ਐਗਰੀਕਲਚਰ ਪ੍ਰੈਕਟਿਸ ਚਾਹੀਦੇ ਨੇ. ਇਹਨਾਂ ਸਾਰਿਆਂ ਨੂੰ ਬੋਲਦੇ ਨੇ ਇਨਪੁਟ. ਜਦੋਂ ਆਪਾਂ ਇਹਨਾਂ ਇਨਪੁਟ ਦੀ ਸਹਾਇਤਾ ਦੇ ਨਾਲ ਬੀਜ ਖੇਤੀਬਾੜੀ ਕਰਦੇ ਹਾਂ, ਜਿਹੜੀ ਫਸਲ ਤਿਆਰ ਹੋ ਜਾਂਦੀ ਹੈ ਉਹ ਆਪਣੇ ਲਈ ਕੀ ਹੁੰਦੀ ਹੈ, ਆਊਟਪੁੱਟ.
ठीक है। इनपुट का मतलब देना, आउटपुट का मतलब की होंगे वै लैना। जिवें कि आप एग्जाम्पल के तौर पर कह सकते हैं कि आप कीबोर्ड कंप्यूटर लैपटॉप से जो काम करते हैं, कंप्यूटर तो लैपटॉप से काम करते हैं, तो आप कीबोर्ड की सहायता के नाल की है उन्होंने कोई भी की है प्रोग्राम की है ਆਪਾਂ ਕੀ इनपुट सोर्सिस यूज़ करते हैं कीबोर्ड की हैल्प के नाल आप कोई भी ऑपरेशन की ऑपरेट करते हैं जिंदे नाल अपनी की है मोनीटर से की है उनकी आउटपुट आ जाती है। आप कैलकुलेटर यूज़ करते हैं, आप जिमें प्लस करना है 5+4 आप की हो गया 5+4 की एंट्री पावांगे, टोटल हो गया 9 आ जाएगा। 5+4 की हो गया इनपुट हो गया, 9 की हो गया आउटपुट हो गया। ठीक है। उस तरह ही कि आपनों की पैकेज दिता जाता सी गवर्नमेंट द्वारा किसानों इनपुट पैकेज जिंदे द्वारा एग्रीकल्चर प्रोडक्शन की हुई सी अपनी इंक्रीज़ हुई सी। साइंटिफिक रोटेशन ऑफ क्रॉप तो इहदे नाल की होया सीगा कि वधिया किस्म के बीज यूज़ करन दे नाल खेतीबाड़ी की प्रोडक्टिविटी जिहड़ी जमीन की उपजाऊ शक्ति इंक्रीज़ हुई सीगी, जिंदे नाल खेतां दे विच फसलों के की सीगा रोटेशन हुई सीगी, यानी कि हुण एक साल दे विच एक तो ज़्यादा फसलां असीं की सी बीज सकते सी। क्रेडिट एंड पैकेज इनपुट प्रोवाइड बाय द गवर्नमेंट एजेंसीज, गवर्नमेंट के द्वारा किसी क्रेडिट प्रोवाइड किया गया किसानों को, तो इनपुट की है पैकेज किसी प्रोवाइड किए गए गवर्नमेंट वालों। अनाउंस मिनीमम सपोर्ट प्राइस, पहला की हुंदा सी कि भारतीय किसान को अपनी फसल का सही प्राइस नहीं मिलता सी, हुण गवर्नमेंट वालों अनाउंस किया गया कि तुहाडी फसल का इन्ना प्राइस मिनीमम है, यानी कि इस तो वध नहीं घटेगा। हुंदा सी ना किसान हुंदा सी जे असीं फसल वधिया वध प्रोड्यूस कर ली, साडे कोल अनाज नूं रखण लई जे जगह ही नहीं होएगी तो सानूं अपना अनाज घट प्राइस से बेचना पएगा। तो हुण गवर्नमेंट ने इस चीज़ का आश्वासन दवाया कि तुसीं प्रोडक्शन वध तो वध करो, असीं तुहाडे अनाज की एक मिनीमम प्राइस रखांगे, उस तो घट तुहाडी फसल की प्राइस नहीं होएगी, जिंदे नाल भारतीय किसान दे विच भी एक इंकरेज होए, उन्हां दे विच एक हौसला आया, उन्होंने अपनी प्रोडक्शन को की कीता इंक्रीज़ किया। अगे माइनर इरीगेशन वर्कस द इन फेस वाज द मिनर इरीगेशन वर्क पर भी की है काफ़ी स्ट्रैस दिता गया, क्योंकि एक इरीगेशन की सी सिंचाई की जी कमी सी जो कि पानी की कमी सी जो कि उपजाऊ शक्ति घटा रही सी, उनके ते भी काफ़ी वर्क किया गया। ट्यूबवैल वगैरह लगाए गए, खूह इन्हों का प्रबंध किया गया, तो मोटर वगैरह लगाई गई जिन्हों नाल की है फसल में टाइम तो टाइम पानी मिलता रहे। अगे पढ़ांगे आप अचीवमेंट्स के की आ जाएगा राइज इन प्रोडक्शन एंड प्रोडक्टिविटी। तुसीं देखो विच कुछ भी लिखना है ना, तुहानूं नाम तो पता लग ही रहा है कि राइज इन प्रोडक्शन एंड प्रोडक्टिविटी कि हरी क्रांति नाल की सफलता मिली सी, प्रोडक्शन ते प्रोडक्टिविटी दोवां दे विच वाधा होया सीगा। अपनी लैंग्वेज से लिख ही सकते हो, तुसीं मैनूं मैसेज कर दिंदे हो कि तुहानूं समझ दिख नहीं रहा, वीडियो क्लीयर नहीं हैगी, इंज क्लैरिटी की तो कोई गल ही नहीं हैगी, पॉइंट्स क्लीयर हो रही है बस लिख लो। ग्रीन वैल्यूएशन हैल्प रिमूविंग कंटिन्यू फूड स्ट्रैटेजी, ग्रीन वैल्यूएशन के नाल की ऐसी रिमूव हो गई सी कंटिन्यू, मतलब जी शुरू तो चलती आ रही सी अपनी फूड स्ट्रैटेजी, शुरू तो की बनी हुई सी स्ट्रैटेजी कि खाण पीण वाले सिर्फ की है उस ही चीज़ फसलां होंदियां सी, यानी कमर्शियल गुड्स जिन्होंने असीं इंपोर्ट कर सकते हैं, जी इंडस्ट्रीज नूं ਜਿਹੜੇ अपने रॉ मटीरियल चाहिए होंगे उन्होंने रिलेटेड जी फसल होंगी सी वो घट सी, उन्होंने की उन्हें चेंज करता। हुण जो ग्रीन क्रांति हरी क्रांति आई उस तो भारतीय किसान भी बहुत इंकरेज होए, उन्होंने भी अपनी फूड जी स्ट्रैटेजी सी उन्होंने चेंज करता, उन्होंने भी हुण कमर्शियल फूड्स कमर्शियल क्रॉप्स नूं की है प्रोड्यूस करना की सीगा स्टार्ट करता सी, यानी कि ग्रीन वैल्यूएशन की पहली अचीवमेंट्स की सीगी कि जी सदियों तो चलती आ रही स्ट्रैटेजी बनी हुई सी फूड की कि खाण वाले अनाज ही पैदा करना, उस चीज़ नूं की सी चेंज करता। HYVP was structured to only 5 crops: wheat, rice, ज्वार, बाजरा एंड मास। ठीक है। कमर्शियल क्रॉप वाज एक्सक्लूड किए गए, एक्सक्लूड मतलब बाहर निकाले गए फ्रॉम द एम्बिट ऑफ न्यू स्ट्रैटेजी। ठीक है। कमर्शियल क्रॉप्स वाज की सी गया जड़ियाँ कि अपनी एक न्यू स्ट्रैटेजी सीमा तो जोड़े बाहर सीगियां जिन्हों शामिल नहीं किया जाता सीगा, हुण उन्होंने भी की सीगा इंक्रीज़ किया जान लगा। हुण जो प्रोडक्शन वीट राइस कॉर्स सीरियल्स दस्से हुए हैं कि 1965 के कितनी प्रोडक्शन सी तो 2006-07 के कितनी शामिल होगी। ठीक है। अगे ये सारा दस्सिया ही होया है कि वीट प्रोडक्शन कितनी सी 11.1 मिलियन तो वध के कितनी होगी 75.8 होगी। ठीक है। राइस प्रोडक्शन इनिशियली इंक्रीज स्लोई एंड लैटर एट ए फास्ट पेस, पहला तो राइस की प्रोडक्शन घट सी, उस तो बाद कि बहुत तेजी नाल होने लग गई। ये दस्सिया है कि पहला कितनी सी हुण कितनी होगी, ये डाटा वा याद कर लेना है। इस तरह ही ज्वार बाजरा मास दस्सिया है कि पहला कितनी सी हुण कितनी होगी। ठीक है। ये तुसीं याद कर लेना, तुहाडी इच्छा याद करना कर लियो, नहीं करना ना करियो। राइज इन कमर्शियल फार्मिंग
ਵਿਦ ਗ੍ਰੀਨ ਵੈਲਿਊਏਸ਼ਨ ਨਾਲ ਕੀ ਹੋਇਆ ਸੀਗਾ ਕਿ ਜਦੋਂ ਆਪਾਂ ਮਿਨੀਮਮ ਸਪੋਰਟ ਪ੍ਰਾਈਸ ਕਰਤੀ ਹੁੰਦਾ ਸੀ, ਤੁਹਾਨੂੰ ਦੱਸਦਾ ਮੈਂ ਪਿੱਛੇ ਮਿਨੀਮਮ ਸਪੋਰਟ ਪ੍ਰਾਈਸ ਕੀ ਹੁੰਦੀ ਹੈ, ਤੇ ਉਹਦੇ ਨਾਲ ਭਾਰਤੀ ਕਿਸਾਨਾਂ ਨੂੰ ਹੌਸਲਾ ਹੋਇਆ ਤੇ ਉਹਨਾਂ ਨੇ ਕਮਰਸ਼ੀਅਲ ਫਾਰਮਿੰਗ ਕਰਨੀ ਸਟਾਰਟ ਕਰਤੀ ਐਂਡ ਫੋਰ ਸੇਲ ਇਨ ਦਾ ਮਾਰਕੀਟ, ਤੇ ਮਾਰਕੀਟ ਵਿੱਚ ਵੇਚਣੀ ਸ਼ੁਰੂ ਕਰਤੀ। ਕਿਉਂਕਿ ਪਹਿਲਾਂ ਕੀ ਹੁੰਦਾ ਸੀ ਕਿ ਭਾਰਤੀ ਕਿਸਾਨ ਜੇ ਆਪਣੀ ਫਸਲ ਬਾਜ਼ਾਰ ਵਿੱਚ ਲਿਆ ਕੇ ਵੇਚਦਾ ਵੀ ਸੀ ਤਾਂ ਉਹਨਾਂ ਨੂੰ ਪ੍ਰੋਪਰ ਪ੍ਰਾਈਸ ਨਹੀਂ ਮਿਲਦਾ ਸੀਗਾ, ਲੇਕਿਨ ਮਿਨੀਮਮ ਸਪੋਰਟ ਪ੍ਰਾਈਸ ਦੇ ਨਾਲ ਉਹਨਾਂ ਨੂੰ ਹੁਣ ਆਪਣੀ ਫਸਲ ਦਾ ਪ੍ਰੋਪਰ ਪ੍ਰਾਈਸ ਮਿਲਣਾ ਸ਼ੁਰੂ ਹੋ ਗਿਆ, ਜਿਹਦੇ ਨਾਲ ਉਹਨਾਂ ਨੇ ਹੁਣ ਕੀ ਕਰਤਾ ਕਿ ਕਮਰਸ਼ੀਅਲ ਕ੍ਰੌਪ ਫਾਰਮਿੰਗ ਕਰਨੀ ਸਟਾਰਟ ਕਰਤੀ। ਇੰਕਰੀਜ਼ ਇਨ ਇੰਪਲਾਈਮੈਂਟ, ਗ੍ਰੀਨ ਵੈਲਿਊਏਸ਼ਨ ਦੇ ਨਾਲ ਸੋਲਵ ਹੋ ਗਈ ਪ੍ਰੋਬਲਮ ਕਾਹਦੀ, ਸੀਜ਼ਨ ਅਨਇੰਪਲਾਈਮੈਂਟ ਦੀ। ਕਿਵੇਂ ਹੋ ਗਈ? ਕਿਉਂਕਿ ਹੁਣ ਜਦੋਂ ਕਮਰਸ਼ੀਅਲ ਕ੍ਰੌਪ ਹੋਣ ਲੱਗ ਗਈਆਂ ਤਾਂ ਇੰਡਸਟਰੀਜ਼ ਨੂੰ ਰੋ ਮਟੀਰੀਅਲ ਮਿਲਣਾ ਸ਼ੁਰੂ ਹੋ ਗਿਆ। ਹੁਣ ਵਰਕਰਸ ਕੀ ਸੀਗੇ ਆਪਣੇ ਫ੍ਰੀ ਟਾਈਮ ਦੇ ਵਿੱਚ ਇੰਡਸਟਰੀਜ਼ ਦੇ ਵਿੱਚ ਜਾ ਕੇ ਕੰਮ ਕਰਨਾ ਸਟਾਰਟ ਕਰਤਾ, ਜਿਨ੍ਹਾਂ ਦੇ ਨਾਲ ਅਨਇੰਪਲਾਈਮੈਂਟ ਕੀ ਸੀਗੀ ਰਿਮੂਵ ਹੋ ਗਈ। ਠੀਕ ਹੈ, ਤੇ ਅੱਗੇ ਪੈਕੇਜ ਇਨਪੁਟ ਰਿਕੁਆਇਰਡ ਬੈਟਰ ਇਰੀਗੇਸ਼ਨ ਫੈਸਿਲਿਟੀਜ਼ ਵਿਚ ਰੇਜ਼ ਦਾ ਇੰਪਲਾਈਮੈਂਟ ਰੇਟ ਇਨ ਦਾ ਐਗਰੀਕਲਚਰ ਐਂਡ ਇੰਡਸਟਰੀਜ਼ ਬਹੁਤ। ਜਦੋਂ ਉਹਨਾਂ ਨੂੰ ਪੈਕੇਜ ਮਿਲਣਾ ਸ਼ੁਰੂ ਹੋ ਗਿਆ ਗਵਰਨਮੈਂਟ ਵੱਲੋਂ, ਪੈਕੇਜ ਮਿਲਣਾ ਸ਼ੁਰੂ ਹੋ ਗਏ ਇਨਪੁਟ ਦੇ, ਇਰੀਗੇਸ਼ਨ ਫੈਸਿਲਿਟੀਜ਼ ਵਧੀਆ ਮਿਲਣਾ ਸ਼ੁਰੂ ਹੋ ਗਈਆਂ, ਤਾਂ ਐਗਰੀਕਲਚਰ ਦੇ ਵਿੱਚ ਵੀ ਤੇ ਇੰਡਸਟਰੀਜ਼ ਦੋਵਾਂ ਦੇ ਵਿੱਚ ਹੀ ਰੁਜ਼ਗਾਰ ਦੇ ਮੌਕੇ ਕੀ ਸੀਗੇ ਇੰਕਰੀਜ਼ ਹੋ ਗਏ। ਕਿਉਂਕਿ ਐਗਰੀਕਲਚਰ ਨੂੰ ਰੋ ਮਟੀਰੀਅਲ ਮਿਲਣਾ ਸ਼ੁਰੂ ਹੋ ਗਿਆ, ਐਗਰੀਕਲਚਰ ਨੂੰ ਵੀ ਹੁਣ ਉਹਨਾਂ ਦੀ ਜਿਹੜੀ ਜ਼ਮੀਨ ਸੀ ਉਹ ਡਰੌਟ ਨਹੀਂ ਰਹੀ, ਬੰਜਰ ਨਹੀਂ ਰਹੀ, ਉਹਨਾਂ ਨੂੰ ਵੀ ਇਰੀਗੇਸ਼ਨ ਫੈਸਿਲਿਟੀਜ਼ ਮਿਲਣ ਲੱਗ ਗਈਆਂ। ਇਨਪੁਟ ਪੈਕੇਜ ਆਣੇ ਕਿ ਉਹਨਾਂ ਨੂੰ ਫਰਟੀਲਾਈਜ਼ਰ ਮਿਲਣੇ ਸ਼ੁਰੂ ਹੋ ਗਏ, ਪੈਸਟੀਸਾਈਡ ਮਿਲਣੇ ਸ਼ੁਰੂ ਹੋ ਗਏ। ਇੰਪੈਕਟ ਔਨ ਸੋਸ਼ਲ ਰਿਵੈਲੂਏਸ਼ਨ ਕੀ ਹੋਇਆ ਸੀਗਾ ਕਿ ਇਹਦੇ ਨਾਲ ਸਿਰਫ ਇਕਨੋਮਿਕ ਰਿਵੈਲੂਏਸ਼ਨ ਹੀ ਨਹੀਂ ਆਈ ਹਰੀ ਕ੍ਰਾਂਤੀ ਦੇ ਨਾਲ, ਸੋਸ਼ਲ ਰਿਵੈਲੂਏਸ਼ਨ ਵੀ ਆਈ, ਸੋਸ਼ਲ ਕ੍ਰਾਂਤੀ ਵੀ ਆਈ ਸੀਗੀ। ਕਿਉਂਕਿ ਹੁਣ ਕਿਸਾਨਾਂ ਨੂੰ ਕੀ ਹੋ ਗਿਆ, the old social belief and customs were destroyed, modern method farming were adopted। ਕਿਉਂਕਿ ਪਹਿਲਾਂ ਜਿਹੜੇ ਬਵਰਜਾਲ ਦੇ ਵਿੱਚ ਫਸੇ ਹੋਏ ਸੀ, ਸੋਸ਼ਲ ਬਲੀਫ ਦੇ ਵਿੱਚ, ਸੋਸ਼ਲ ਦੇ ਵਿੱਚ ਵੀ ਵਿਸ਼ਵਾਸ ਕਰਦੇ ਸੀ ਕਿ ਜਿਸ ਜਿਹੜੀ ਜਾਤ ਵਿੱਚ ਅਸੀਂ ਪੈਦਾ ਹੋਏ ਹਾਂ ਜਾਂ ਜਿਹੜੇ ਉਹਨਾਂ ਦੇ ਕਸਟਮ ਬਣੇ ਹੋਏ ਸੀਗੇ, ਜੋ ਹੁੰਦਾ ਸੀ ਨਾ ਪਹਿਲਾਂ ਲੋਕਾਂ ਦੇ ਜਿਹੜੇ ਸਿਧਾਂਤ ਸੀਗੇ, ਰੀਤੀ ਰਿਵਾਜ ਕਹਿ ਸਕਦੇ ਹਾਂ, ਜਿਨ੍ਹਾਂ 'ਚ ਫਸੇ ਹੋਏ ਸੀਗੇ, ਹੁਣ ਉਹਨਾਂ ਦੇ ਵਿੱਚੋਂ ਬਾਹਰ ਆ ਗਏ ਤੇ ਹੁਣ ਉਹਨਾਂ ਨੇ ਵੀ ਮਾਡਰਨ ਟੈਕਨੋਲੋਜੀ ਦੇ ਨਾਲ ਕੀ ਹੈ ਖੇਤੀਬਾੜੀ ਕਰਨੀ ਸ਼ੁਰੂ ਕਰਤੀ। ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਕੀ ਸੀਗਾ ਕਿ ਉਹ ਉਹੀ ਪੁਰਾਣੇ ਤਰੀਕਿਆਂ ਨਾਲ ਹੀ ਖੇਤੀ ਕਰਦੇ ਸੀਗੇ, ਉਹਨਾਂ ਦੀ ਸੋਚ ਨਹੀਂ ਬਦਲ ਰਹੀ ਸੀ ਕਿਸਾਨਾਂ ਦੀ। ਪਰ ਜਦੋਂ ਹਰੀ ਕ੍ਰਾਂਤੀ ਆਈ ਤਾਂ ਉਹਨਾਂ ਦੀ ਚੇਂਜ ਹੋ ਗਿਆ, ਯਾਨੀ ਕਿ ਸੋਸ਼ਲ ਰਿਵੈਲੂਸ਼ਨ ਹਰੀ ਕ੍ਰਾਂਤੀ ਆਈ, ਉਹਨਾਂ ਦੀ ਸੋਚ ਵੀ ਬਦਲੀ, ਉਹ ਵੀ ਸਮਾਜ ਦੇ ਰੀਤੀ ਰਿਵਾਜਾਂ ਤੋਂ ਬਾਹਰ ਨਿਕਲੇ ਤੇ ਮਾਡਰਨ ਤਰੀਕੇ ਦੇ ਨਾਲ ਉਹਨਾਂ ਨੇ ਖੇਤੀਬਾੜੀ ਕਰਨੀ ਸ਼ੁਰੂ ਕਰਤੀ। ਇੰਕਰੀਜ਼ ਇਨ ਇਨਕਮ, ਨੈਚੁਰਲੀ ਗੱਲ ਹੈ ਕਿ ਜੇਕਰ ਪ੍ਰੋਡਕਸ਼ਨ ਇੰਕਰੀਜ਼ ਹੋਏਗੀ ਤਾਂ ਕਿਸਾਨਾਂ ਦੀ ਇਨਕਮ ਵੀ ਇੰਕਰੀਜ਼ ਹੋਏਗੀ। ਠੀਕ ਹੈ, since the green valuation was limited to wheat and rice for a number of years, its benefit was enjoyed for wheat and rice growing rate of Punjab, Haryana, West Uttar Pradesh and Andhra Pradesh। the income farmers ਕੀ ਸੀਗਾ ਫਿਰ ਕੀ ਹੈ ਬਹੁਤ ਤੇਜ਼ੀ ਦੇ ਨਾਲ ਕੀ ਹੈ ਵਧਣੀ ਸ਼ੁਰੂ ਹੋ ਗਈ। ਅੱਗੇ ਫੇਲਰਸ ਵੀ ਕਰਵਾ ਦਿੰਦੀ ਹੈ ਮੈਂ, ਟੌਪਿਕ ਖਤਮ ਹੋ ਜਾਊਗਾ। ਫੇਲਰਸ ਕੀ ਨੇ? ਫੇਲਰਸ ਆਫ ਗ੍ਰੀਨ ਵੈਲਿਊਏਸ਼ਨ ਦੀ ਨਿਗਲੈਕਟ ਆਫ ਲੈਂਡ ਰਿਫਾਰਮ। ਇਹਦੇ ਵਿੱਚ ਕੀ ਸੀਗਾ ਕਿ ਕਿਸਾਨਾਂ ਨੂੰ ਕੀ ਹੋ ਗਿਆ ਕਿ ਪ੍ਰੋਡਕਸ਼ਨ ਵਧਾਉਣ ਦੇ ਲਈ ਇੱਕ ਫਸਲ ਤਿਆਰ ਹੁੰਦੀ ਦੂਸਰੀ ਫਸਲ ਨਾਲ ਬੀਜਣੀ ਸ਼ੁਰੂ ਕਰਤੀ, ਵੀ ਉਹਨਾਂ ਦੇ ਮਨ 'ਚ ਇੱਕ ਲਾਲਚ ਆ ਗਿਆ, ਉਹਨਾਂ ਨੇ ਪ੍ਰੋਡਕਸ਼ਨ ਇੰਨੀ ਤੇਜ਼ੀ ਨਾਲ ਵਧਾਉਣ ਦੇ ਲਈ ਭੂਮੀ ਸੁਧਾਰ ਨੂੰ ਨਿਗਲੈਕਟ ਕਰਤਾ ਕਿ ਜ਼ਮੀਨ ਨੂੰ ਥੋੜ੍ਹੇ ਟਾਈਮ ਦੇ ਲਈ ਤਾਂ ਅਗਲੀ ਫਸਲ ਦੇ ਲਈ ਤਿਆਰ ਹੋਣ ਲਈ ਛੱਡਣਾ ਜ਼ਰੂਰੀ ਹੈ, ਪਰ ਉਹਨਾਂ ਨੇ ਫਟਾਫਟ ਬੀਜ ਲਗਾ ਕੇ ਜਾਂ ਭੂਮੀ ਦੇ ਉਪਜਾਊ ਸ਼ਕਤੀ ਵਧਾਉਣ ਲਈ ਪੈਸਟੀਸਾਈਡ ਫਰਟੀਲਾਈਜ਼ਰ ਯੂਜ਼ ਕਰਕੇ ਉਹਨਾਂ ਨੂੰ ਜ਼ਮੀਨ ਨੂੰ ਆਪਣੇ ਆਪ ਤਿਆਰ ਹੋਣਾ, ਜਿਹੜੀ ਚੀਜ਼ ਆਪਣੇ ਆਪ ਤਿਆਰ ਹੋਣੀ, ਆਪਣੇ ਆਪ ਉਪਜਾਊ ਸ਼ਕਤੀ ਮਿਲਣੀ, ਉਹ ਉਹਨਾਂ ਨੇ ਛੱਡਤਾ ਤੇ ਪੈਸਟੀਸਾਈਡ ਫਰਟੀਲਾਈਜ਼ਰ ਜਿਹੜੇ ਹੈਗੇ ਸੀਗੇ ਦਵਾਈਆਂ ਸ਼ੁਰੂ ਕਰਤੀਆਂ, ਕੈਮੀਕਲਸ ਸ਼ੁਰੂ ਕਰਤੇ ਤਾਂ ਜੋ ਉਹਦੀ ਉਪਜਾਊ ਸ਼ਕਤੀ ਨੂੰ ਵਧਾ ਕੇ ਫਟਾਫਟ ਅਗਲੀ ਫਸਲ ਨੂੰ ਬੀਜਿਆ ਜਾ ਸਕੇ। ਯਾਨੀ ਕਿ ਲੈਂਡ ਰਿਫਾਰਮ ਨੂੰ ਕੀ ਕਰਤਾ ਨਿਗਲੈਕਟ ਕਰਤਾ। ਰਾਈਜ਼ ਇਨ ਅਨਇੰਪਲਾਈਮੈਂਟ, ਇਹਦੇ ਨਾਲ ਹੁਣ ਕੀ ਹੋਇਆ ਗ੍ਰੀਨ ਵੈਲਿਊਏਸ਼ਨ ਨਾਲ ਪ੍ਰੋਡਕਸ਼ਨ ਤਾਂ ਨੈਚੁਰਲੀ ਗੱਲ ਵਧੀ, ਲੇਕਿਨ ਸਾਰਾ ਕੰਮ ਮਸ਼ੀਨਾਂ ਨੇ ਲੈ ਲਿਆ। ਹੁਣ ਭਾਰਤੀ ਛੋਟਾ ਕਿਸਾਨਾਂ 'ਚ ਵੱਡਾ ਸਾਰੇ ਮਸ਼ੀਨਾਂ ਯੂਜ਼ ਕਰਨਾ ਸ਼ੁਰੂ ਕਰਤੀਆਂ, ਜਿਹਦੇ ਨਾਲ ਕੀ ਹੈ ਬੇਰੁਜ਼ਗਾਰੀ ਦੇ ਵਿੱਚ ਕੀ ਹੋਇਆ ਵਾਧਾ ਹੋਇਆ। ਰਿਸਟ੍ਰਿਕਟਡ ਔਨ ਟੂ ਲਿਮਟਡ ਕ੍ਰੌਪ ਐਂਡ ਏਰੀਆ, ਗ੍ਰੀਨ ਵੈਲਿਊਏਸ਼ਨ ਨਾਲ ਕੀ ਹੋਇਆ ਕਿ ਸਿਰਫ ਇਹਦੇ ਵੱਲ ਜ਼ਿਆਦਾ ਧਿਆਨ ਦਿੱਤਾ ਗਿਆ, ਵੀਟ ਐਂਡ ਰਾਈਸ ਦੇ ਵੱਲ। ਪੰਜਾਬ, ਹਰਿਆਣਾ, ਵੈਸਟਰਨ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਸਟੇਟਸ ਉਹ ਤਾਂ ਰਿਚ ਹੋ ਗਈਆਂ, ਲੇਕਿਨ ਦੂਜੇ ਜਿਹੜਾ ਗਰੀਬ ਸੀ ਉਹ ਗਰੀਬ ਹੀ ਰਹਿ ਗਈਆਂ। ਕਿਉਂਕਿ ਜਿਹੜਾ ਗ੍ਰੀਨ ਵੈਲਿਊਏਸ਼ਨ ਦਾ ਫਾਇਦਾ ਭਾਰਤ ਦੇ ਵੱਡੇ ਕਿਸਾਨਾਂ ਨੂੰ ਤਾਂ ਹੋਇਆ, ਲੇਕਿਨ ਛੋਟੇ ਕਿਸਾਨਾਂ ਨੂੰ ਨਹੀਂ ਹੋਇਆ। ਗੌਰਮੈਂਟ ਵੱਲੋਂ ਜਿਹੜੇ ਵੀ ਇਨਪੁਟ ਪੈਕੇਜ ਦਿੱਤੇ ਗਏ ਸੀ ਜਾਂ ਇਰੀਗੇਸ਼ਨ ਫੈਸਿਲਿਟੀਜ਼ ਦਿੱਤੀਆਂ ਗਈਆਂ ਸੀ, ਕ੍ਰੈਡਿਟ ਫੈਸਿਲਿਟੀ ਦਿੱਤੀਆਂ ਗਈਆਂ, ਉਹ ਵੱਡੇ ਕਿਸਾਨ ਲੈ ਜਾਂਦੇ ਨੇ, ਛੋਟੇ ਕਿਸਾਨ ਤਾਂ ਗਰੀਬ ਦੇ ਗਰੀਬ ਹੀ ਰਹਿ ਗਏ। ਠੀਕ ਹੈ, ਰੀਜ਼ਨ ਇੰਬੈਲੈਂਸ ਸਾ ਇਨਕਮ ਐਂਡ ਵੈਲਥ ਇਨਇਕੁਐਲਿਟੀ, ਜਿਹੜੀ ਰੀਜ਼ਨ ਇੰਬੈਲੈਂਸ ਅਸੀਂ ਇਨਕਮ ਦੇ ਵਿੱਚ ਤੇ ਧਨ ਦੇ ਵਿੱਚ ਵੀ ਕੀ ਹੈ ਕਿਸਾਨਾਂ ਦੇ ਵਿੱਚ ਜ਼ਿਆਦਾ ਵੱਧ ਗਈ ਅੱਗੇ ਨਾਲੋਂ ਵੀ। ਡਿਫੈਂਸ਼ਨਲ ਗੇਨ, ਜਿਹੜਾ ਗੇਨ ਮਤਲਬ ਲਾਭ ਹੋਇਆ ਸੀ ਉਹ ਅਲੱਗ-ਅਲੱਗ ਸੀਗਾ, ਇਕੁਅਲ ਨਹੀਂ ਸੀ, ਸਮਾਨ ਨਹੀਂ ਸੀਗਾ, ਡਿਫਰੈਂਟ ਸੀਗਾ। ਠੀਕ ਹੈ, ਉਹ ਜਿਹੜੇ ਹੈਗੀ ਸੀ ਗ੍ਰੀਨ ਵੈਲਿਊਏਸ਼ਨ ਦੇ ਨਾਲ ਜਿਹੜੀ ਹਰੀ ਕ੍ਰਾਂਤੀ ਆਈ ਸੀਗੀ ਉਹ ਸਾਰੇ ਤਾਂ ਯੂਨੀਫਾਰਮਲੀ ਮਤਲਬ ਇੱਕ ਸਾਰ ਨਹੀਂ ਆਈ ਸੀਗੀ, ਹਰੇ ਆਲ ਓਵਰ ਦੀ ਕੰਟਰੀ ਦੇ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਆਈ ਸੀਗੀ। ਕੋਈ ਕੰਟਰੀ ਤਾਂ ਕਿ ਆਪਣੇ ਦੇਸ਼ ਦੇ ਵਿੱਚ ਕੋਈ ਏਰੀਆ ਤਾਂ ਬਹੁਤ ਡਿਵੈਲਪ ਹੋ ਗਿਆ, ਕੋਈ ਏਰੀਆ ਕੀ ਹੈ ਕਾਫੀ ਪਿਛੜਾ ਰਹਿ ਗਿਆ। The new strategy was characterized by adoption by HY seeds, fertilizer, irrigation machinery, improve implement and soil conservation etc.
ਦੀ ਜਿਨ੍ਹਾਂ ਨੇ ਤਾਂ ਇਹਨਾਂ ਚੀਜ਼ਾਂ ਨੂੰ ਅਡੋਪਟ ਕਰ ਲਿਆ ਉਹ ਤਾਂ ਵਧੀਆ ਕਰ ਗਏ, ਜਿਨ੍ਹਾਂ ਨੇ ਨਹੀਂ ਅਡੋਪਟ ਕੀਤਾ ਜਾਂ ਜਿਨ੍ਹਾਂ ਤੱਕ ਕਿਸਾਨਾਂ ਭਾਰਤ ਗੌਰਮੈਂਟ ਵੱਲੋਂ ਇਹ ਫੈਸਿਲਿਟੀਜ਼ ਪ੍ਰੋਵਾਈਡ ਨਹੀਂ ਕੀਤੀਆਂ ਗਈਆਂ ਉਹ ਪਿਛੜੀਆਂ ਹੋਈਆਂ ਰਹਿ ਗਈਆਂ। ਪਾਰਸ਼ਲ ਰਿਮੂਵਲ ਆਫ ਪਾਵਰਟੀ, ਗਰੀਬੀ ਦੇ ਵਿੱਚ ਬਹੁਤ ਵਾਧਾ ਹੋਇਆ। ਦੀ ਰਿਵੈਲੂਏਸ਼ਨ ਬਰੋਟ ਅਬਾਊਟ ਚੇਂਜ ਵਿਦ ਰਿਮੂਵਡ ਪਾਵਰਟੀ ਬਟ ਨੋਟ ਫਰੋਮ ਐਨੀਵੇਅਰ, ਕਹਿੰਦੇ ਗ੍ਰੀਨ ਵੈਲੂਏਸ਼ਨ ਨਾਲ ਗਰੀਬੀ ਘਟੀ ਤਾਂ ਹੈਗੀ ਹੈ ਪਰ ਸਾਰੇ ਕਿਤੇ ਇਕਸਾਰ ਨਹੀਂ ਘਟੀ, ਕਿਤੇ ਤਾਂ ਕਿਤੇ ਘਟ ਗਈ, ਕਿਤੇ ਕਿਤੇ ਕੀ ਹੈ ਵੱਧ ਗਈ। ਦੀ ਬੈਨੀਫਿਟ ਵਾਜ਼ ਰੀਪਡ ਓਨਲੀ ਬਾਈ ਰਿਚ ਫਾਰਮਰ, ਕਿਉਂ? ਕਿਉਂਕਿ ਜਿਹੜੀ ਇਹ ਬੈਨੀਫਿਟ ਸੀ ਇਹ ਸਿਰਫ ਵਧੀਆ ਅਮੀਰ ਕਿਸਾਨਾਂ ਨੂੰ ਹੋਇਆ। ਹੋਲਡਿੰਗ ਲਾਰਜ ਹੋਲਡਿੰਗ ਦੇਅਰ ਵਾਰ ਏਬਲ ਟੂ ਇਨਕੁਆਇਰ ਐਂਡ ਸੈਂਸਿਸ ਸਪਲਾਈ ਫਰਟੀਲਾਈਜ਼ਰ ਟਰੈਕਟਰ ਵਾਟਰ ਪੰਪ ਐਂਡ ਸੋ ਔਨ, ਕਿਉਂ? ਕਿਉਂਕਿ ਉਹਨਾਂ ਦੀ ਜਿਹੜੀ ਜ਼ਮੀਨ ਸੀਗੀ ਹੁਣ ਉਹਨਾਂ ਨੂੰ ਜਿੰਨੀ ਜ਼ਮੀਨ ਪਹਿਲਾਂ ਮਿਲਦੀ ਸੀ ਉਸ ਤੋਂ ਵੱਧ ਉਹਨਾਂ ਨੇ ਹੋਰ ਖਰੀਦ ਕੇ ਵੱਧ ਕਰ ਲਈ, ਜਿਹਦੇ ਨਾਲ ਵੱਡੀ ਜ਼ਮੀਨ 'ਤੇ ਜ਼ਿਆਦਾ ਮਸ਼ੀਨਾਂ ਜ਼ਿਆਦਾ ਫਰਟੀਲਾਈਜ਼ਰ ਟਰੈਕਟਰ ਯੂਜ਼ ਕਰਦੇ ਸੀਗੇ, ਲੇਕਿਨ ਗਰੀਬ ਕਿਸਾਨ ਨਹੀਂ ਕਰਦੇ ਸੀ, ਜਿਹਦੇ ਕਰਕੇ ਅਮੀਰ ਕਿਸਾਨ ਹੋਰ ਵੀ ਜ਼ਿਆਦਾ ਅਮੀਰ ਹੋ ਗਏ, ਗਰੀਬ ਹੋਰ ਵੀ ਗਰੀਬ ਹੋ ਗਏ। ਦੀ ਪੂਅਰ ਫਾਰਮਰ ਵਰ ਲੈਫਟ ਆਊਟ ਟੂ ਬੈਨੀਫਿਟ ਫॉर ਲੈਕ ਆਫ ਕ੍ਰੈਡਿਟ ਐਂਡ ਫੈਸਾਨਾ, ਕਿਸਾਨ ਜਿਹੜੇ ਭਾਰਤੀ ਕਿਸਾਨ ਗਰੀਬ ਸੀਗੇ ਉਹਨਾਂ ਨੂੰ ਫਿਨਾਂਸ ਤੇ ਕ੍ਰੈਡਿਟ ਫੈਸਿਲਿਟੀਆਂ ਕਿਦੇ ਸੀ ਬੈਨੀਫਿਟ ਘੱਟ ਮਿਲੇ। ਸਮ ਅਦਰ ਹਾਰਮਫੁਲ ਇਫੈਕਟ, ਉਸ ਤੋਂ ਇਲਾਵਾ ਹੋਰ ਹਾਰਮਫੁਲ ਇਫੈਕਟ ਵੀ ਪਏ ਸੀਗੇ। ਇਹਦੇ ਨਾਲ ਕੀ ਹੈ ਕਿ ਆਪਣੇ ਜਿਹੜੇ ਐਕਸੀਡੈਂਟ ਹੋ ਜਾਂਦੇ ਸੀ ਜਿਵੇਂ ਮਸ਼ੀਨਾਂ ਯੂਜ਼ ਕਰਨ ਦੇ ਨਾਲ ਉਹਨਾਂ ਦੇ ਨਾਲ ਵੱਧ ਗਏ, ਠੀਕ ਹੈ। ਹੁਣ ਕੀ ਹੋਇਆ ਸੀਗਾ ਕਿ ਖੇਤਾਂ ਦੇ ਕੀ ਹੋ ਗਿਆ ਸੀਗਾ ਆਪਾਂ ਕੀ ਸੀਗੇ ਯੂਜ਼ ਹੁਣ ਕਿਸਾਨਾਂ ਨੇ ਕੀ ਹੈ ਪੋਇਜ਼ਨ ਇਨਸੈਕਟੀਸਾਈਡਸ ਪੈਸਟੀਸਾਈਡਸ ਫਰਟੀਲਾਈਜ਼ਰਸ ਇਹ ਚੀਜ਼ਾਂ ਨੂੰ ਕੀ ਹੈ ਜ਼ਿਆਦਾ ਯੂਜ਼ ਕਰਨਾ ਸ਼ੁਰੂ ਕਰਤਾ। ਸਮ ਕੰਜ਼ੂਮਰ ਕੰਜ਼ਿਊਮ ਫੂਡ ਗ੍ਰੇਨ ਵਿਦ ਮੱਚ ਕੈਮੀਕਲਸ, ਹੁਣ ਜਿਹੜੇ ਕੰਜ਼ੂਮਰ ਆਪਾਂ ਜਿਹੜੇ ਵੀ ਚੀਜ਼ਾਂ ਖਾਣੇ ਪੀਂਦੇ ਆਪਾਂ ਨੂੰ ਵੀ ਪਤਾ ਨਾ ਕਿ ਹਰੇਕ ਚੀਜ਼ ਕਿੰਨੇ ਜ਼ਿਆਦਾ ਕੈਮੀਕਲਸ ਪਾਏ ਜਾਂਦੇ ਨੇ। ਭਾਰਤੀ ਕਿਸਾਨ ਹੁਣ ਕੀ ਹੈ ਫਸਲ ਦੀ ਪ੍ਰੋਡਕਸ਼ਨ ਇੰਕਰੀਜ਼ ਕਰਨ ਦੇ ਲਈ ਇੰਨੇ ਜ਼ਿਆਦਾ ਕੈਮੀਕਲ ਇੰਨੇ ਜ਼ਿਆਦਾ ਸਟਰੋਂਗ ਕੈਮੀਕਲਸ ਇੰਕਰੀਜ਼ ਕਰ ਰਹੇ ਨੇ ਯੂਜ਼ ਕਰ ਰਹੇ ਨੇ ਤਾਂ ਜੋ ਪ੍ਰੋਡਕਸ਼ਨ ਜਲਦੀ ਤੋਂ ਜਲਦੀ ਵੱਧ ਜੇ, ਜਿਹਦੇ ਕਰਕੇ ਕੀ ਹੈ ਫਸਲਾਂ ਦੇ ਆਪਣੇ ਲਈ ਕੀ ਹੈ ਨੁਕਸਾਨ ਹੈ। ਹੁਣ ਜਿਹੜਾ ਵੀ ਅਸੀਂ ਫੂਡ ਗ੍ਰੇਨ ਖਾ ਰਹੇ ਹਾਂ ਉਹਨਾਂ ਦੇ ਕੈਮੀਕਲਸ ਬਹੁਤ ਵੱਧ ਗਏ ਨੇ। ਇਹ ਕੀ ਹੋਇਆ ਇਹ ਤਾਂ ਹੀ ਹੈ ਕਿ ਪ੍ਰੋਡਕਸ਼ਨ ਵਧਾਉਣ ਦੇ ਚੱਕਰ ਦੇ ਵਿੱਚ ਕੀ ਹੈ ਕੈਮੀਕਲਸ ਜ਼ਿਆਦਾ ਯੂਜ਼ ਕਰ ਰਹੇ ਨੇ, ਠੀਕ ਹੈ। ਅੱਗੇ ਕਨਕਲੂਜਨ ਕੀ ਆ ਜੂਆ ਕਨਕਲੂਜਨ ਕਰ ਲਿਖਣਾ ਉਸ ਤੋਂ ਬਾਅਦ ਕਿ ਅਚੀਵਮੈਂਟ ਆਫ ਗ੍ਰੀਨ ਰੈਵੋਲੂਸ਼ਨ ਹੈਜ਼ ਡੈਫੀਨੇਟਲੀ ਹੈਵ ਕੀ ਸੀਗਾ ਕਿ ਹਰੀ ਕ੍ਰਾਂਤੀ ਨਾਲ ਡੈਫੀਨੇਟਲੀ ਕੀ ਹੈ ਹਰੀ ਕ੍ਰਾਂਤੀ ਆਈ ਸੀਗੀ। ਇਹਦਾ ਸੈਲਫ ਸੈਫੀਸ਼ੈਂਸੀ ਇਨ ਫੂਡ ਗ੍ਰੇਨ ਪ੍ਰੋਡਕਸ਼ਨ ਦੇ ਵਿੱਚ ਵਾਧਾ ਹੋਇਆ ਸੀਗਾ। ਹੁਣ ਅਸੀਂ ਫੂਡ ਗ੍ਰੇਨ ਦੇ ਮਾਮਲੇ ਦੇ ਵਿੱਚ ਅਸੀਂ ਆਤਮ ਨਿਰਭਰ ਹੋ ਗਏ। ਇਟ ਸ਼ੁੱਡ ਬਿਕਮ ਏ ਪ੍ਰੋਗਰਾਮ ਫॉर ਡਿਵੈਲਪਮੈਂਟ ਆਫ ਰੂਰਲ ਏਰੀਆ, ਜੇ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਨੇ ਜਾਂ ਤਾਂ ਜਿਹਦੇ ਨਾਲ ਕਿ ਐਗਰੀਕਲਚਰ ਪ੍ਰੋਡਕਸ਼ਨ ਇੰਕਰੀਜ਼ ਹੋਈ ਹੈ। According to 11th five-year plan, a second green revolution was urgently needed to raise the growth rate of agriculture to around 4%. ਕਹਿੰਦੇ ਕਿ 11ਵੀਂ ਯੋਜਨਾ ਦੇ ਅਨੁਸਾਰ ਜਿਹੜੀ 11ਵੀਂ five-year ਯੋਜਨਾ ਸੀ ਉਹਦੇ ਨਾਲ ਕੀ ਸੀਗਾ ਕਿ ਇੱਕ ਦੂਸਰੀ ਹਰੀ ਕ੍ਰਾਂਤੀ ਕੀ ਹੈ ਲਿਆਉਣੀ ਕੀ ਹੈ ਜ਼ਰੂਰਤ ਸਮਝੀ ਗਈ ਤੇ ਉਹ ਲਿਆਉਣ ਦੇ ਲਈ ਕੀ ਲਿਆਂਦੀ ਵੀ ਗਈ ਤੇ ਜਿਹਦੇ ਨਾਲ ਕੀ ਸਾਡੀ ਐਗਰੀਕਲਚਰ ਪ੍ਰੋਡਕਸ਼ਨ ਕੀ ਹੈ ਬਹੁਤ ਜ਼ਿਆਦਾ ਕੀ ਸੀਗੀ ਵੱਧ ਗਈ ਸੀ, ਠੀਕ ਹੈ। ਹੁਣ ਤੁਹਾਨੂੰ ਸਮਝ ਆ ਗਿਆ ਹੋਏਗਾ। ਜੇ ਕਿਸੇ ਨੂੰ ਇੱਥੇ ਬੁੱਕ ਤੋਂ ਥੋੜ੍ਹੇ ਬਹੁਤ ਪੁਆਇੰਟਸ ਨਹੀਂ ਵੀ ਦਿਖ ਰਹੇ ਤਾਂ ਹੁਣ ਬੁੱਕਸ ਤਾਂ ਮਾਰਕੀਟ ਦੇ ਵਿੱਚ ਆਈ ਗਈਆਂ ਨੇ। ਤੁਸੀਂ ਇੰਦਰ ਕੁਮਾਰ ਦੀ ਬੁੱਕ ਲੈ ਲਓ, ਯੂਐਨ ਮੈਕਸ ਦੀ ਬੁੱਕ ਲੈ ਲਓ, TR ਜੈਨ ਦੀ ਬੁੱਕ ਲੈ ਲਓ, ਤਿੰਨੇ ਹੀ ਬੁੱਕਸ ਬੈਟਰ ਨੇ, ਜਿਹੜੀ ਮਰਜ਼ੀ ਬੁੱਕ ਤੋਂ ਕਰ ਲਓ, ਠੀਕ ਹੈ। ਕਿਉਂਕਿ ਪੁਆਇੰਟ ਸਾਰੇ ਬੁੱਕ ਦੇ ਵਿੱਚ ਨਹੀਂ, ਬਸ ਐਕਸਪਲੇਨੇਸ਼ਨ ਵੱਖਰੀ ਵੱਖਰੀ ਹੁੰਦੀ ਹੈ ਕਿਸੇ ਬੁੱਕ 'ਤੇ ਕਿਵੇਂ ਐਕਸਪਲੇਨ ਕੀਤਾ ਕਿਸੇ ਬੁੱਕ 'ਤੇ ਕਿਵੇਂ ਐਕਸਪਲੇਨ ਕੀਤਾ। ਇਹੀ ਸਾਰੇ ਪੁਆਇੰਟਸ ਯੂਨੀਮੈਕਸ 'ਚ ਵੀ ਹੈਗੇ ਨੇ, TR ਜੈਨ ਦੀ ਬੁੱਕ ਦੇ ਵਿੱਚ ਵੀ ਹੈਗੇ ਨੇ, ਇੰਦਰ ਕੁਮਾਰ ਦੀ ਬੁੱਕ ਦੇ ਵਿੱਚ ਹੈਗੇ ਨੇ। ਜਿਹੜੀ ਮਰਜ਼ੀ ਬੁੱਕ ਲੈ ਲਓ, ਤਿੰਨੇ ਹੀ ਬੁੱਕ ਬਹੁਤ ਵਧੀਆ ਨੇ। ਕਲੀਅਰ।